एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वागुरु 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 वाहिगुरु जी का खालसा वाहिगुरु जी की फतेह। गुरमत एजुकेशन मिशन दिल्ली और सिख मिशनरी कालेज लुधियाना ਦੀ ਸਾਂਝੀ ਕਲਾਸ ਦੇ ਵਿੱਚ ਦੇਸ਼ ਪ੍ਰਦੇਸ਼ ਤੋਂ ਜੁੜੇ ਹੋਏ ਵੀਰ ਔਰ ਭੈਣਾਂ ਜੀ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਅੱਜ ਦਾ ਜੋ ਵਿਸ਼ਾ ਆਪ ਜੀ ਨਾਲ ਵਿਚਾਰ ਵਾਸਤੇ ਚੁਣਿਆ ਹੈ ਉਹਦਾ ਸੰਬੰਧ ਸਾਡੇ ਸਾਰਿਆਂ ਨਾਲ ਹੈ ਕਿ ਸਾਨੂੰ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਤੇ ਇਹ ਮਨੁੱਖਾ ਜਨਮ ਕਿਸ ਵਾਸਤੇ ਪ੍ਰਾਪਤ ਹੋਇਆ। ਪੰਚਮ ਪਾਤਸ਼ਾਹ ਜੀ ਨੇ ਸਾਨੂੰ ਬੜੇ ਸੁਖੈਨ ਲਫ਼ਜ਼ਾਂ ਦੇ ਅੰਦਰ ਸਾਨੂੰ ਸਮਝਾਇਆ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਟਾਂ। ਤੋ ਸਾਧ ਸੰਗਤ ਦੇ ਵਿੱਚ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਔਰ ਪ੍ਰਭੂ ਨਾਲ ਇੱਕ ਮਿਕਤਾ ਪ੍ਰਾਪਤ ਕਰਨ ਵਾਸਤੇ ਮਾਇਆ ਤੋਂ ਆਪਣੇ ਆਪ ਨੂੰ ਜਿਹੜਾ ਹੈ ਹਟਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡਿਫੀਟ ਦੇ ਕੇ ਔਰ ਆਪਣੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਇਹ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਵਾਸਤੇ ਹੀ ਇਹ ਮਨੁੱਖਾ ਜਨਮ ਸਾਨੂੰ ਮਿਲਿਆ ਹੈ। ਲੇਕਿਨ ਜਿਹੜੇ ਮਨੁੱਖੀ ਜੀਵਨ ਹੈ ਕਿਉਂਕਿ ਸਾਰੇ ਹੀ ਸਿੱਖੀ ਵਿਚਾਰਧਾਰਾ ਦੇ ਨਾਲ ਜਿਹੜੇ ਹਨ ਜੁੜੇ ਹੋਏ ਨਹੀਂ ਹਨ। ਜਿੰਨੇ ਵੀ ਮਨੁੱਖ ਮਾਤਰ ਹਨ ਆਪਣੇ ਅਲੱਗ-ਅਲੱਗ ਜਿਹੜੇ ਸ਼੍ਰੇਣੀਆਂ ਦੇ ਅੰਦਰ ਹਨ। ਕੋਈ ਇਸਲਾਮ ਧਰਮ ਦੇ ਵਿੱਚ ਹੈ, ਕੋਈ ਸਨਾਤਨ ਧਰਮ ਦੇ ਵਿੱਚ ਹੈ, ਕੋਈ ਈਸਾਈ ਮਤ ਦੇ ਵਿੱਚ ਹੈ, ਕੋਈ ਜੈਨ ਮਤ 'ਚ ਹੈ, ਕੋਈ ਬੁੱਧ ਮਤ ਅੰਦਰ ਹੈ ਔਰ ਕਈ ਐਸੇ ਹਨ ਕਿ ਜਿਨ੍ਹਾਂ ਦਾ ਆਪਣਾ ਇੱਕੋ ਹੀ ਮਤ ਹੈਗਾ ਕਿ ਅਸੀਂ ਧਰਮ ਨੂੰ ਮੰਨਦੇ ਨਹੀਂ, ਧਰਮ ਨੂੰ ਅਫੀਮ ਮੰਨਦੇ ਹਨ। ਲੇਕਿਨ ਜਿਨ੍ਹਾਂ ਨੇ ਐਵੋਲੂਸ਼ਨ ਦੀ ਗੱਲ ਕੀਤੀ ਹੈ ਕਿ ਮਨੁੱਖਤਾ ਦੀ ਪ੍ਰੋਗਰੈਸ ਦੀ ਗੱਲ ਕੀਤੀ ਹੈ, ਵਿਕਾਸ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਹੈ ਕਿ ਜੀਵਨ ਦਾ ਮਨੋਰਥ ਵਿਕਾਸ ਕਰਨਾ ਹੈ। ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾ। ਆਪ ਇਹ ਮਨੁੱਖਾ ਜਨਮ ਤੋਂ ਜੋ ਦੈਵੀ ਗੁਣ ਹਨ ਆਪਣੇ ਅੰਦਰ ਪੈਦਾ ਕਰਕੇ ਉਸ ਪਰਮਾਤਮਾ ਦੇ ਨਾਲ ਇੱਕ ਵਿਕਤਾ ਹਾਸਲ ਕਰਨੀ ਹੈ। ਪਰ ਜਿਹੜੇ ਧਰਮ ਨੂੰ ਮੰਨਦੇ ਨਹੀਂ ਹਨ, ਜਿਹੜੇ ਪੈਸੀਮਿਸਟਿਕ ਹਨ, ਨਾਸਤਕ ਹਨ, ਉਹ ਆਖਦੇ ਹਨ ਕਿ ਈਟ ਡਰਿੰਕ ਐਂਡ ਬੀ ਮੈਰੀ, ਆਓ ਖਾਓ ਪੀਓ ਤੇ ਐਸ਼ ਕਰੋ। ਇਹ ਧਾਰਮਿਕ ਕਿਰਿਆਵਾਂ ਦੇ ਵਿੱਚ ਧਾਰਮਿਕ ਗੁਣਾਂ ਨੂੰ ਆਪਣੇ ਅੰਦਰ ਪੈਦਾ ਕਰਨ ਦੀ ਕੀ ਲੋੜ ਹੈ। ਖਾਓ ਪੀਓ ਤੇ ਮੌਜਾਂ ਮਾਣੋ, ਇਹੀ ਉਹਨਾਂ ਨੇ ਆਪਣੇ ਜੀਵਨ ਦਾ ਮਨੋਰਥ ਰੱਖਿਆ ਹੈ, ਲਕਸ਼ ਰੱਖਿਆ ਹੈ ਔਰ ਉਸ ਵਾਸਤੇ ਹੀ ਉਹ ਭੱਜ ਦੌੜ ਕਰਦੇ ਹਨ, ਸਾਰਿਆ ਕੁਝ ਕਰਦੇ ਹਨ। ਜਿਹੜੇ ਸਮਾਜਵਾਦੀ ਹਨ ਉਹ ਇਹ ਆਖਦੇ ਹਨ ਕਿ ਜੀਵਨ ਪੱਧਰ ਨੂੰ ਉੱਚਾ ਕਰੋ, ਉਸ ਵਾਸਤੇ ਕੁੱਲੀ ਜੁੱਲੀ ਤੇ ਕੁੱਲੀ ਹਰ ਇੱਕ ਮਨੁੱਖ ਮਾਤਰ ਲਈ ਹੋਣੀ ਚਾਹੀਦੀ ਹੈ। ਭਾਵ ਉਹ ਸਰੀਰਕ ਤਲ ਦੇ ਉੱਪਰ ਹੀ ਰਹਿੰਦੇ ਹਨ, ਸਰੀਰਕ ਸੁੱਖਾਂ ਦੀ ਹੀ ਗੱਲ ਕਰਦੇ ਹਨ ਔਰ ਇਹੀ ਉਹਨਾਂ ਦਾ ਜੀਵਨ ਮਨੋਰਥ ਹੈ। ਇਸ ਲਈ ਉਹ ਆਪਣੇ ਯਤਨਸ਼ੀਲ ਰਹਿੰਦੇ ਹਨ, ਸਰਕਾਰਾਂ ਬਣਾਉਂਦੇ ਹਨ, ਉਹਨਾਂ ਵਿੱਚ ਵੀ ਇਹੋ ਜਿਹੇ ਕੰਮ ਕਰਦੇ ਹਨ। ਲੇਕਿਨ ਧਰਮ ਵਾਲੇ ਪਾਸੇ ਉਹਨਾਂ ਦਾ ਕੋਈ ਰੁਚੀ ਨਹੀਂ ਹੁੰਦੀ। ਵਿਦਵਾਨ ਖੋਜੀਆਂ ਦਾ ਜੀਵਨ ਮਨੋਰਥ ਕੇਵਲ ਖੋਜ ਕਰਨੀ ਹੈ। ਜਿਹੜੇ ਸਾਇੰਟਿਸਟ ਹਨ ਉਹ ਕੇਵਲ ਖੋਜ ਕਰਦੇ ਹਨ, ਰਿਸਰਚ ਕਰਦੇ ਹਨ, ਉਹਨਾਂ ਦਾ ਹੋਰ ਕਿਸੇ ਪਾਸੇ ਵੱਲ ਧਿਆਨ ਨਹੀਂ ਹੈ। ਉਹ ਸਰੀਰਕ ਸੁੱਖਾਂ ਲਈ ਨਵੀਆਂ ਇਨਵੈਂਸ਼ਨਸ ਕਰਦੇ ਹਨ ਔਰ ਖੋਜਾਂ ਖੋਜਣੀਆਂ ਹੀ ਉਹਨਾਂ ਦਾ ਜੀਵਨ ਮਨੋਰਥ ਹੈ। ਸਾਂਖ ਤੇ ਵਿਦਾਂਤ ਵਾਲਿਆਂ ਦੇ ਆਪਣੇ ਆਪਣੇ ਅਡਰੇ ਮਤ ਹਨ। ਸਿੱਖਾਂ ਨੂੰ ਇਹਨਾਂ ਮਤਾਂ ਨਾਲ ਕੋਈ ਵਾਸਤਾ ਨਹੀਂ। ਸਿੱਖ ਦਾ ਧਰਮ ਹੈ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਵਿਚਾਰ ਕੇ ਗ੍ਰਹਿਣ ਕਰਨਾ। ਤਾਂ ਤੇ ਆਓ ਵਿਚਾਰੀਏ ਕਿ ਗੁਰਮਤ ਦਾ ਇਸ ਪ੍ਰਥਾਏ ਕੀ ਸਿਧਾਂਤ ਹੈ।
ਜਦੋਂ ਅਸੀਂ ਵੱਖ-ਵੱਖ ਵਿਚਾਰਧਾਰਾ ਸੁਣ ਲਈ ਤੇ ਸਾਨੂੰ ਇਹ ਵੀ ਸਮਝ ਹੋਣੀ ਚਾਹੀਦੀ ਹੈ ਸਿੱਖ ਹੋਣ ਦੇ ਨਾਤੇ, ਔਰ ਫਿਰ ਜੇ ਅਸੀਂ ਸਮਝਾਂਗੇ ਤੇ ਹਰ ਸਿੱਖ ਦਾ ਫਰਜ਼ ਵੀ ਹੈ ਕਿ ਉਹ ਦੁਨੀਆ ਦੀ ਹੋਰ ਮਨੁੱਖ ਮਾਤਰ ਨੂੰ ਵੀ ਸਮਝਾਏ, ਕਿਉਂਕਿ ਸਿੱਖੀਜ਼ਮ ਇਜ਼ ਅ ਵਰਲਡ ਰਿਲੀਜਨ। ਇਹ ਸਿਰਫ ਇੱਕ ਲੋਕਲ ਪੰਜਾਬ ਦਾ ਧਰਮ ਨਹੀਂ ਹੈ, ਸਿਰਫ ਜਿਹੜੇ ਸਿੱਖ ਹਨ ਉਹਨਾਂ ਦੇ ਧਰਮ ਨਹੀਂ ਹੈ, ਇਹ ਗਲੋਬਲ ਹੈ, ਇਹ ਯੂਨੀਵਰਸਲ ਹੈ, ਯੂਨੀਵਰਸਲ ਬ੍ਰਦਰਹੁੱਡ ਹੈ। तो इस करके विचारना बड़ा जरूरी है कि साडा सिख विचारधारा इस बारे सानू की कहती है। तो गुरमत दे विच जिहड़ा सानू सिद्धांत मैं आप जी नाल साझा कीता है पंचम पातशाह दा, वो आसा राग दे विच पंजे पातशाह दा 12 अंक दे उपर श्री गुरु ग्रंथ साहब दे उपर सुभायमान है। उत्थे एक गल सानू समझाई है कि ਐਤਕੀ ਮਨੁੱਖ ਦੇ ਹੀ ਤੈਨੂੰ ਪ੍ਰਾਪਤ ਹੋਈ ਹੈ। ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਉਸ ਸਿਰਜਣਹਾਰ ਨੂੰ ਜਿਸ ਤੋਂ ਤੂੰ ਵਿਛੜਿਆ ਹੋਇਆ ਹੈ ਮਿਲਣ ਦੀ ਇਹ ਤੇਰੀ ਵਾਰੀ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਇੱਕ ਅਪਰਚੁਨਿਟੀ ਹੈ। ਸਿੱਖਾਂ ਦਾ ਜੀਵਨ ਮਨੋਰਥ ਕੀ ਹੈ ਕਿ ਇਹ ਮਨੁੱਖਾ ਜਨਮ ਇੱਕ ਅਪਰਚੁਨਿਟੀ ਹੈ, ਔਰ ਉਸ ਅਪਰਚੁਨਿਟੀ ਨੂੰ ਅਸੀਂ परमात्मा दे नाल एकमिक होने वास्ते ही वरतना है। इस तो अलावा जिहड़े भी असीं काम करते हाँ वो शरीर नूं पालन वास्ते हो सकते हैं, शरीर के सुखां वास्ते हो सकते हैं, जिवें कुल्ली जुल्ली गुल्ली की गल की गई है, इक्वैलिटी की भी गल आ जाती है उहदे अंदर। पर असल काम की है, ये काम जिहड़े हन ये परमात्मा दे नाल मिलाप लई जिहड़े हन वो काफ़ी नहीं हैं, क्योंकि जे भुख दे दुख भी तुझे कि जे शरीर नूं सुना है, ये सानू गुरमत समझाती है। उस परमात्मा का सिमरन करना है, साथ संगत विच मिल के करना है, क्योंकि ये संगाती धर्म है, ये निजी धर्म नहीं है। इस करके संगत की बड़ी उपमा है, विच संगत हर प्रभ वसे जियो। संगत दे विच जा करके असीं संगत दे विच जिहड़े गुरमुख सज्जन जुड़े हैं उन्हां नाल मिल करके उन्हां तों असीं गुण सीख सकते हाँ। जी इस संसार रूपी समुद्र नूं तरन ते आहर लगो, क्योंकि ये जन्म जिहड़ा है वो माया दे रंगां दे विच जिहड़े कि बड़े ही प्रभावशाली ढंग नाल साडी साइकी दे उपर अपना गलबा पाउंदे हन, और उहदे नाल ही साडा जीवन जिहड़ा है वो बिरथा जा रहा है। जिन्हां लोकां ने मनुखा जीवन का मनोरथ खाना पीना हसना सौना ही मिथ लिया है, उन्हां वास्ते गुरबाणी का असूल है खाना पीना हसना सौना, विसर गया है मरना, नाम वसार खुआरी कीनी, त्रिग जीवन नहीं रहना। ते जे ये जीवन खाण पीण वास्ते व्यतीत कर दिता तो इस जीवन का तो अंत हो जाना है, तो फिर की होएगा, ये जीवन व्यर्थ चला जाएगा। वो भुल गए हैं कि मनुख की हस्ती की है, कि मनुख का जीवन किस वास्ते मिलया है। जे एक मनुख की हस्ती उसके शरीर के नाश हो जाने नाल अंत हो जानी होवे तां ते समझा जा सकता है कि मनुखा शरीर जिन्ना चिर है उतना चिर जिहड़े विषय शरीर नूं आनंददायक प्रतीत होंदे हन वो जिन्ने हो सके भोगे जान। इस दे नाल ही इस विचारधारा नूं मनण वाला एक चार वाक धर्म भी इस दुनिया के अंदर होया है, उन्होंने अघोरी मत भी कहते हैं। वो जीवन का ऐसा मनोरथ ही मनते हैं कि खाना पीना ते हसना सोना, होर कोई इस जन्म का प्रयोजन नहीं है। पर गुरमत अनुसार मनुखा हस्ती शरीर के नाश हो जाने नाल खत्म नहीं हो जाती, इस गल नूं सिख मत मनदा है। सिख सतगुरुओं अनुसार संसार की सारी खेड की रचना एक चेतन सता अकाल पुरख तो होनी मनी गई है। आप सिख जिहड़ा है वो गुरु अकाल पुरख नाल जुड़िया होया है। ये गल सानू सतगुरुओं ने समझाई है, जो आप इस रचना विच अपना आसन जमा के अपनी रची खेड नूं तक रहा है। जीव दे शरीर धारण की खेड मरण तो बाद मुक नहीं जाती। अनेका जून विच भटकन तो बाद मनुखा जन्म प्राप्त होता है, या इस मनुखा जन्म तो बाद भी होरां जूनियां विच मनुख जा सकता है।
लेकिन ये सर्टिनिटी नहीं है कि वो किहड़े जूना में जाएगा जे इस जीवन दे विच उसने साध संगत विच बैठ करके प्रभु दे नाल जुड़िया है, अपने अंदर चंगे गुण पैदा किए हैं, तो वो निश्चित तौर के उपर वो अकाल पुरख नाल जल का जल हुआ राम वाली अवस्था विच होएगा। गुरु अर्जन देव पातशाह जी ने इस गल नूं आवागमन के चक्कर नूं भी समझाया है कि कई जन्म पए कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर वृक्ष जोयो, मिल जगदीश मिलन की बरिया, चिरंकाल ए दे संजरिया। रहाव दे बोल हा नहीं कि मिल जगदीश मिलन की बरिया, चिरंकाल ए दे संजरिया। आप बड़ी देर बाद ये मनुखा जन्म मिलया है और यही तेरा अवसर, यही तेरी बार, घट भीतर तू देख विचार। जगदीश नूं मिलन दा एक मौका है। मिल जगदीश, जगदीश नूं मिल, परमात्मा नूं, अकाल पुरख नूं मिल, उहदा सिमरन कर। भलो समूह सिमरन की बरिया, कलू आयो रे एक नाम बोवो बोवो, आन रुत नाही नाही। तो चिरंकाले दे संजरिया, कई जन्म सैल गिर करिया। महाराज फरमाते हैं कि कई जन्म जिहड़े हन वो कीड़ियां पतंगियां विच बीत गए, हाथी बन गए, मच्छी बन गई, हिरण बन गया, पंखी बन गए, सप जन्म हो गए, कई जन्म असी घोड़े बन गए, बिरख बन गए, और फिर बिरख दा इत्थे मतलब बल्द है, और बल्द के रूप के अंदर भी जिहड़े आ वो जोए गए असी। कई जन्म सैर गिर करिया, कई जन्म पहाड़ों के रूप के अंदर, कई जन्म जिहड़े हन वो साडे गर्भ हिर खिरिया। भाई प्रैगनेंसी के अंदर ही मतलब है कि वो प्रैगनेंसी कंप्लीट ही नहीं हुई, वो अंदर ही अबॉर्शन हो गया या कुछ हो गया। कई जन्म साख का रूप आया, तो कई बारी वैजीटेशन के रूप अंदर भी साडा जन्म होया। लख 84 जोन परमाया। ये लख 84 एक इमेजिनरी जी फिगर है जिसनों के जस्ट कोड करने वास्ते पंचा पातशाह ने जड़ा है लिखा है, कोई ये कोई फिक्स जन्म नहीं है। ये गौड़ी ग्वारेरी महला पंजवा पन्ना 176 के उपर ये बोल महाराज दे पंचा पातशाह दे सुभायमान हैं। भाव कई जन्म तेरी और रूह कीड़े पतंगा, हाथी, मच्छी, हिरण तो लंघ करे आई है। कई जन्म तेरी रूह पंखी, सर्प, घोड़े ते बलदां दे जून विच लंघ के आई है। कई जन्म तेरी रूह चट्टाना ते पहाड़ां विचों लंघ कर आई है। कई जन्म मां दे घर विच ही छीन होकर आई है। कई जन्म तेरी रूह बनस्पति विचों लंघ कर आई है। तू 84 लाख जोन का गेड़ कट करके आया है, ते बड़े चिरा मगरों ये मनुखा देही मिली है, तां उस जगत के मालक नूं मिल, विछड़ी रूह नूं सुखी कर लै, ते उस विच परमात्मा विच लीन हो जा। श्री राग विच भी गुरु अर्जन देव पातशाह जी ने पन्ना 50 के उपर फरमाया है कि लख 84 भ्रमतियां दुर्लभ जन्म पायो नानक, नाम संभाल तू 100 दिन नेड़ा आयो। 100 दिन तो भाव है ये मनुखा जन्म का जिस वे अंत होना है वो नेड़े ही आ जाना है, तो पता ही नहीं लगना है। तो इस करके ये दुर्लभ जन्म जड़ा प्राप्त होया है, बड़े मुश्किल नाल प्राप्त होया है। तो इस करके उस परमात्मा दे नाल उस सिमरन दे विच जुड़न दी कोशिश कर। मनुखा देही बड़ी मुश्किल नाल मिलण वाली है, ये गल असीं दुहरा चुके हैं। जिहड़ी देह नाम नहीं जपदी वो आत्मक मौत सहेड़ लैंदी है। भाव जे प्रभु का सिमरन नहीं किया तो माया ने अपना गलबा पा लेना है, तो उस माया ने तो सिमरन कर नहीं देना। हौमे नावे नाल विरोध है। जिथे माया का असर है उत्थे हौमे है, उत्थे काम है, उत्थे क्रोध है, उत्थे लोभ है, उत्थे मोह है, उत्थे हंकार है। तो इस करके काम क्रोध लोभ मोह हंकार दे हुंदियां सिमरन नहीं किया जा सकता, और बिना सिमरन दे परमात्मा दे नाल एकमिकता हासिल नहीं हो सकती है, जीवन सफल नहीं हो सकता। तो जिन्हां नूं नाम विसर गया है वो आत्मक मौते मर जाते हैं। नाम तो सखना जीवन किस काम दा, खाना पीना खेलना हसना ते होर विस्तार बिना नाम दे मुर्दे नूं शिंगारन वांगण हैं। मुर्दे दे शिंगार दा की लाभ है।
जे मृतक को चंदन चढ़ावे तिसते कहो कौन फल पावे। जे मृतक को विष्ठा में रुलावे तो मृतक का क्या कट जाए। ਜਿਹੜੇ ਮਨੁੱਖ ਪਰਮ ਆਨੰਦ ਰੂਪ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਸੁਣਦੇ, ਉਹ ਪਸ਼ੂ ਪੰਖੀ ਤੇ ਢਿੱਡ ਤੇ ਬਲ ਤੁਰਨ ਵਾਲੀਆਂ ਭਾਵ ਸਭ ਜੂਨਾਂ ਤੋਂ ਨਿਕ੍ਰਿਸ਼ਟ ਤੇ ਭੈੜੇ ਹਨ। ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ ਗੌੜੀ ਰਾਗ ਦੇ ਵਿੱਚ ਪੰਨਾ 188 ਦੇ ਉੱਪਰ, ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, नाम भी होन जीवन कौन काम रहा। खात पीत खेलत हस्त विस्तार, कवन अर्थ मृतक सिंगार। जो ना सुने जस परमानंदा, पशु पंखी त्रिगत जोन ते मंदा। इसी तरह ही गुरु तेग बहादुर साहब जी ने भी फरमाया है, आवागमन के चक्कर विच फिरदियां बहुत जुगां पिछों ये मनुखा देही मिली है। इस जन्म विच हुण प्रभु नूं मिलण दी वारी है, तां ते हे मनुख तू उस प्रभु नूं क्यों नहीं जपदा। सोरठ राग विच नवें पातशाह गुरु तेग बहादुर साहब जी बख्शिश करदे हन, पन्ना 631 दे उपर, फिरत फिरत बहुते जुग हारियो, मानस दे लही, नानक कहत मिलन की बरिया, सिमरत कहा नहीं। नानक कहत ऊपर विश्राम है, नानक कहत मिलन की बरिया, सिमरत कहा नहीं। प्रभु ने मनुख लई ये संयोग बनाया है कि वो अपने इस नाशवंत शरीर द्वारा प्रभु मिलन की तांग नूं पूरिया कर सके। पर बदकिस्मती नाल मनुख केवल सरीरक लोड़ां पूरियां करन, खाण पहनण ते पदार्थां दे सुख आराम ते ऐश इशरत विच रुझा रहन कारण अपना अमोलक मनुखा जन्म गुआ बैठता है। ऐसे मनुखा नूं गुरु अर्जन देव पातशाह जी ने फरमाया है, सिर राग महला पंजवां पन्ना 43 ते, प्राणी तू आयो लाहा लैन, प्राणी तू आया लाहा लैन, लगा कित को फकड़े सब मुकदी चली रहन। हे प्राणी तू ते इस मनुखा जन्म विच लाहा खट्टन आया सी, भाव ये मनुखा जन्म नूं सफल करने वास्ते, प्रभु नाल एक मिकता हासिल करने वास्ते, इस 84 के गेड़ नूं खत्म करने वास्ते तू इस मनुखा जन्म ते आया सी। नाम जपन दा सौदा करके लाहा खट्टन आया सी, पर आके तू केड़े फकड़िया विच लग गया है। उमर रूपी रात तेरी मुक्ति जारी है, जन्म सिरानो पंथ ना सवारा, सांझ परी दै दिस अंधियारा। कि ये मनुखा जन्म रूपी रात हुण इस मुकाम ते पहुंच गई है कि नेरा पै गया सारे पासे, जन्म सिरानो पंथ ना सवारा, कि कोई आगे को किस तुल्हा बांधो क्या प्रवास तन का, कि कोई तुल्हा बंधिया नहीं है। तो इस करके सांझ भरी दै दिस अंधियारा, हुण अगे कोई रस्ता नजर ही नहीं आता है, क्योंकि ज्ञान का दीपक बलिया नहीं, नाम का दीपक हाथ नूं प्राप्त होया नहीं। आयो सुनन पढ़न को बाणी। एक होर जीवन मनोरथ दे विच गल समझाते हैं पंचम पातशाह जी 1219 पन्ने दे उत्ते, आयो सुनन पढ़न को बानी, नाम विसार लगाए अन लालच, बिरथा जन्म प्राणी। हे प्राणी तू तां बाणी पढ़न ते सुनन लई आया सी, नाम नूं विसार के होर लालचां विच लग पिया है। नाम नूं भुल्लण करके तेरा जन्म बिरथा जा रहा है। किस तरह बिरथा जा रहा है? रैन गवाई सोए का, देखो साढ़े सारे नाल हुंदा सी, सौंदे आ रात नूं, दिवस गवाया खाए, दिन असीं अलग अलग तरीके के स्वादले भोजन छकते हैं। ये हीरे जैसा जन्म है। कोई किन्ने भी जिस वे कहते हैं कि एक बादशाह जिस सिकंदर बीमार हो गया भारतवर्ष विच, ते वो वापस अपने देश जा रहा सी, उसकी हालात बहुत खराब हो गई। तो उसने वैद्या नूं कहा बुला करके हकीमां नूं कि तुसी मेरी जिहड़ी बीमारी है दा इलाज करो। उन्होंने बहुत कोशिश की थी, तो वो बहुत कोशिश करने के बावजूद भी कहने लगे भी तेरा ये जिहड़ा बीमारी है इलाज है, इलाज नहीं हो सकता। तो उन्हें कहा मैं तुहानूं अपना अद्धा राज दे देना वा,
ਤੁਸੀਂ ਮੇਰਾ ਇਹ ਜਿਹੜੀ ਤਕਲੀਫ ਹੈ ਇਸ ਨੂੰ ਦੂਰ ਕਰ ਦਿਓ, ਮੇਰੀ ਜ਼ਿੰਦਗੀ ਨੂੰ ਬਚਾ ਲਓ। ਲੇਕਿਨ ਉਹਨਾਂ ਕਿਹਾ ਵੀ ਇਹ ਕ੍ਰੋਨਿਕ ਤੈਨੂੰ ਡਿਸੀਜ਼ ਹੋ ਗਈ ਹੈ, ਬਿਮਾਰੀ ਹੋ ਗਈ ਹੈ, ਤੂੰ ਇਸ ਤੋਂ ਬਚ ਨਹੀਂ ਸਕਦਾ। ਤੇ ਬੜਾ ਪਰਛਾਇਆ, ਬੜਾ ਰੋਇਆ। ਆਖਰ ਕਹਿਣ ਲੱਗਾ ਕਿ ਮੈਂ ਤੁਹਾਨੂੰ ਆਪਣਾ ਸਾਰਾ ਰਾਜ ਭਾਗ ਦੇ ਦੇਣਾ ਵਾ, ਤੁਸੀਂ ਮੇਰੀ ਜਾਨ ਬਚਾ ਲਓ। ਲੇਕਿਨ ਉਹ ਜਾਨ ਕਹਿਣ ਲੱਗੇ ਕਿ ਨਹੀਂ ਬਚ ਸਕਦੀ। तो उस ते जो कीरने पाए उन्हें, ते उस दे कोल जिन्ना भी धन पदार्थ सी, हीरा सी, राज सी, शक्तियां सन, माल सबाब सी, सोना चांदी सी, फौजां सन, वो सारियां ਉਹਦੇ जीवन ਦੇ ਕਿਸੇ अर्थ नहीं पईयां। तो पहले पातशाह सानू फरमा रहे हैं कि रैन गवाई सोए कै, दिवस गवाया खाए, हीरे जैसा जन्म है कौडी बदले जाए। भाव हीरिया तो भी अमोलक जन्म है ਜਿਹੜਾ ਸਾਨੂੰ ਪ੍ਰਾਪਤ ਹੋਇਆ, ਤੇ ਉਹ ਕੌਡੀਆਂ ਦੇ ਭਾਅ ਅਸੀਂ ਗਵਾ ਰਹੇ ਹਾਂ। ਭਾਵ ਮਾਇਆ ਸਰੀਰਕ ਦੇ ਖਾਣ ਪੀਣ ਤੇ ਖਾਣਾ ਪੀਣਾ, ਹੱਸਣਾ ਸੌਣ ਦੇ ਵਿੱਚ ਹੀ ਅਸੀਂ ਬਤਾ ਰਹੇ ਹਾਂ। ਔਰ ਖਾਣਾ ਪੀਣਾ ਤੇ ਸੌਣਾ ਜਿਹੜਾ ਹੈ ਤੇ ਪਸ਼ੂ ਵੀ ਕਰਦਾ। ਇਸੇ ਤਿਆਗ ਆਨ ਕੋ ਜਾਚੈ ਹੈ ਕਿ ਉਸ ਪਰਮਾਤਮਾ ਦੇ ਸਿਮਰਨ ਨੂੰ ਤਿਆਗ ਕੇ, ਉਸ ਪਰਮਾਤਮਾ ਦੇ ਨਾਲ ਜੁੜਨ ਨੂੰ ਤਿਆਗ ਕੇ, ਆਨ ਕੋ ਚਾਹੇ, ਮਾਇਆ ਦੇ ਸੁੱਖਾਂ ਨੂੰ ਚਾਹਨਾ ਹੈ। तो इस तरह करद्या करद्या तेरे मुंह दे दंद और तेरी रसना सगल घस जात। आप दंद भी तेरे घस गए कि हुण दंद भी कोई तेरे कोल चीज चबन वास्ते नहीं काम करते है। दंद भी जिहड़े कोई दर्द कर रहे हैं या कढवा लए ने, वो भी दंद जिहड़े इन्ने सोहणे मोतियां वर्गे हुंदे सन, वो भी चले गए। रसना भी जिहड़ी है वो थक गई बोल बोल के, रस चस्के लगा लगा के, तो हुण बहुत ज्यादा निकलदा मूँह चों कुछ है। सगल घस जावो, सारे घस जांदे हन। रे मन मूड़, हे मूर्ख मन, मूर्ख मन नूं सोईए मिले पंजवें विच। रे मन मूड़ सिमर सुख दाता, वो सुखां दा दाता परमात्मा जी समझा कि नानक दास इहनूं समझांदा है। मोह वेखण नूं बड़ा सोहना लगदा है, बड़ा चमकीला है, बड़ा रस दिंदा है, ਕੰਨਾਂ ਨੂੰ रस दिंदा है, सरीर ਨੂੰ रस दिंदा है, रसां ਨੂੰ रस दिंदा है। ਇਸ ਦੇ ਅਨੇਕਾਂ ਸਰੂਪ ਹਨ। ਉਹਨਾਂ ਵਿੱਚੋਂ ਕੁਝ ਕੁ ਹਨ ਧਨ। ਧਨ ਆ ਜਾਵੇ ਤਾਂ ਬੰਦਾ ਖੁਸ਼ ਹੋ ਜਾਂਦਾ। ਜਿਹਦੇ ਕੋਲ ਧਨ ਹੁੰਦਾ ਉਹ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਦੁਨੀਆ ਦਾ। ਉਹ ਕਿਸੇ ਜਿਹਦੇ ਕੋਲ ਧਨ ਘੱਟ ਹੈ ਉਹਨੂੰ ਸਮਝਦਾ ਕੁਝ ਨਹੀਂ, ਉਹਨੂੰ ਮਨੁੱਖ ਹੀ ਨਹੀਂ ਸਮਝਦਾ। ਲੇਕਿਨ ਗੁਰਬਾਣੀ ਕਹਿੰਦੀ ਹੈ ਜਿਨਕੇ ਪੱਲੇ ਧਨ ਵਸੇ तिनका नाम फकीर, जिनके हृदय तू वसे ते नाल गुणी गहीर। क्योंकि जिहदे कोल धन है वो होर मंगदा है। वो ये नहीं कहता कि सैटिस्फैक्शन नहीं होती कि मेरे को इन्ना धन है तो मैं होर ना कमावां, होर धन वाले पासे उद्यम ना करा। मेरी जनरेशन वास्ते अगले पैसे इकट्ठे कर, लेकिन फिर भी अपना जीवन धन नूं इकट्ठा करने वास्ते लगाते रहते हैं। इस्त्री पिछे जंगा होंदियां ने माल सबाब वास्ते। जिन्नियां भी दुनिया भी जंगा होईयां ने वो इस्त्री करके होईयां ने या जमीन करके होईयां। जमीन जर जोरू और जमीन दे वास्ते होईयां हन, अपने पुत्रा पिछे होईयां हन, ऐशो इशरत दे समान नूं वरतन वास्ते इकट्ठा करने वास्ते होईयां हन। जो माया दे मोह विच फस जांदे हन उन्हां दा आत्मक जीवन खत्म हो जाता है, व्यर्थ हो जाता है। ते मनुखा जन्म दा मनोरथ उन्हां नूं याद नहीं रहिंदा कि भई प्राप्त मानुक दे हुरिया गोबिंद मिलन की ये तरी बनिया, ये याद ही नहीं रहता। तो ऐसे मनुखा नूं दूजे पातशाह गुरु अंगद देव जी ने बड़ी जबरदस्त धारणा की है, जिहड़ी साडे वास्ते समझनी बहुत जरूरी है। श्लोक महला तीजा श्री राग विच भी राग की वार दे अंदर पन्ना 85 के उपर महला दूजा का यह श्लोक है। मनमुख नाम विहूणिया रंग कसुंबा देख न भुल, इसका रंग दिन थोड़ रहा छोछा इसका मुल। दूजे लगे पच मुए मूर्ख अंध गवार, विष्टा अंदर कीट से पय पचे वारो वार। भाव कि हे मनुख नाम तो सखने मनुख कसुंब का कच्चा रंग देख के ना भुल, क्योंकि इस नूं अगर तू कसुंबे दे विच ही फसिया रहेगा, कसुंबे दे फुल दे कच्चे वांगन
ਕੱਚੇ ਰੰਗ ਵਾਂਗੂ ਇਸ ਮਾਇਆ ਦਾ ਰੰਗ ਵੀ ਥੋੜੇ ਦਿਨਾਂ ਵਿੱਚ ਹੀ ਹੈ। ਇਸ ਦਾ ਮੁੱਲ ਵੀ ਛੋਛਾ ਹੈ। ਜੇ ਇੱਕ ਮਨੁੱਖ ਨੂੰ ਛੱਡ ਕੇ ਮਾਇਆ, ਇਸ ਦਾ ਮੁੱਲ ਵੀ ਛੋਛਾ ਹੈ। ਜਿਵੇਂ ਮੈਂ ਹੁਣੇ ਸਿਕੰਦਰ ਦੀ ਗੱਲ ਕੀਤੀ ਹੈ ਕਿ ਉਹ ਸਾਰਾ ਆਪਣੀ ਮਾਲ ਧਨ ਦੇਣ ਨੂੰ ਰਾਜੀ ਸੀ, ਆਪਣਾ ਰਾਜ ਭਾਗ ਦੇਣ ਨੂੰ ਰਾਜੀ ਸੀ, ਜਿਸ ਕਰਕੇ ਉਹਨੇ ਇੰਨੇ ਕਤਲ ਕੀਤੇ, ਇੰਨੇ ਲੜਾਈਆਂ ਲੜੀਆਂ, ਜੰਗਾਂ ਲੜੀਆਂ, ਲੇਕਿਨ ਉਸ ਦਾ ਜੀਵਨ ਨੂੰ ਉਹ ਸੇਵ ਨਾ ਕਰ ਪਾਇਆ। तो इस सारे धन स्वभाव ਦਾ ਮਾਇਆ ਦਾ ਮੁੱਲ ਕੀ ਹੈ? ਉਹ ਛੋਛਾ ਹੈ, ਭਾਵ ਕੁਝ ਵੀ ਨਹੀਂ ਹੈ। ਜੋ ਇੱਕ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਰਚੇ ਹੋਏ ਹਨ, ਉਹ ਮੂਰਖ, ਅੰਨੇ ਤੇ ਗਵਾਰ ਹਨ। ਉਹ ਗੰਦਗੀ ਦੇ ਕੀੜਿਆਂ ਲਈ ਨਿਆਈ ਮੁੜ-ਮੁੜ ਕਾਲ ਦੇ ਚੱਕਰ ਵਿੱਚ ਸੜ ਰਹੇ ਹਨ। ਫਿਰ ਚੌਥੇ ਪਾਤਸ਼ਾਹ ਨੇ ਸੋਰਠ ਕੀ ਵਾਰ ਦੇ ਵੀ ਸਾਨੂੰ ਸਮਝਾਇਆ, ਪੰਨਾ 645 ਤੇ, ਕਿ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਮਾਇਆ ਰੰਗ ਕੁਸੁੰਭ ਖਿਨ ਮੇ ਲੈ ਜਾਵਣਾ, ਚਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਜਾਵਣਾ, ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਉਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ। ਭਾਵ ਅਸੀਂ ਦੇਖਦੇ ਹਾਂ ਕਿ ਰਾਜੇ ਕਿੰਨਾ ਕੁਝ ਉਹਨਾਂ ਕੋਲ ਹੁੰਦਾ ਹੈ, ਕਿੰਨੇ ਹਾਥੀ ਘੋੜੇ, ਕਿੰਨੀਆਂ ਰਾਣੀਆਂ ਹੁੰਦੀਆਂ, ਚੰਗੇ ਚੰਗੇ ਮਹਿਲ ਹੁੰਦੇ ਹਨ, ਪਾਉਣ ਨੂੰ ਬੜੇ ਅੱਛੇ ਵਸਤਰ ਹੁੰਦੇ ਹਨ, ਈਵਨ ਸੋਨੇ ਚਾਂਦੀ ਦੇ ਭਾਂਡੇ ਵੀ ਅੱਜ ਕੱਲ੍ਹ ਦੇਖੇ ਨੇ। ਪਿੱਛੇ ਜਿਹੜਾ ਇੰਡੀਆ ਅੰਦਰ G20 ਹੋਇਆ, ਉਹਦੇ ਅੰਦਰ ਸਿਲਵਰ ਔਰ ਗੋਲਡ ਦੇ ਜਿਹੜੇ ਯੂਟੈਂਸਿਲਸ ਹਨ, ਉਹਨਾਂ ਅੰਦਰ ਡਿਨਰ ਜਿਹੜੇ ਹਨ ਉਹ ਸਰਵ ਕੀਤੇ ਗਏ। ਸੋ ਇਹ ਭੂਪਤ ਰਾਜੇ ਰਾਣੇ ਚਾਰ ਦਿਹਾੜੇ ਦੀ ਸੋਹਣੀ ਖੇਡ ਵਾਂਗਣ ਹਨ। ਇਹਨਾਂ ਮਾਇਆ ਦਾ ਪਿਆਰ ਵੀ ਕੁਸੁੰਬੇ ਦੇ ਕੱਚੇ ਰੰਗ ਵਾਂਗੂ ਹੈ, ਜਿਹੜਾ ਕਿ ਰੰਗ ਛਿਨ ਵਿੱਚ ਲੈ ਜਾਂਦਾ ਹੈ। ਜੋ ਦ੍ਰਿਸ਼ਟਮਾਨ ਜਗਤ ਵਿੱਚ ਪਦਾਰਥ ਹਨ, ਇਹ ਨਾਲ ਨਹੀਂ ਜਾਣੇ। ਮਾਰੀ ਦਾ ਫਰਮਾਨ ਹੈ, ਇਸ ਤਨ ਧਨ ਕੀ ਕਵਨ ਬੜਾਈ, ਧਰਨ ਪਰੇ ਪਰਿਵਾਰ ਨਾ ਜਾਈ। ਇਹ ਤਨ ਔਰ ਧਨ ਜਿਨ੍ਹਾਂ ਵੀ ਇਕੱਠਾ ਕਰ ਲਿਆ, ਤਨ ਨੂੰ ਜਿਨ੍ਹਾਂ ਵੀ ਸਵਾਰ ਲਿਆ, ਅਸਲ ਦੇ ਵਿੱਚ ਇਹ ਕਿੱਥੇ ਨਾਲ ਜਾਣਾ, ਨਾਲ ਨਹੀਂ ਜਾਣਾ। ਇਹਨਾਂ ਨਾ ਤਨ ਹੈ ਨਾ ਧਨ ਹੈ। ਆਪਾਂ ਨਾਲ ਕਿਉਂ ਮਾਇਆ ਇਕੱਠੀ ਕਰ ਰਿਹਾ ਹੈ? ਚੌਥੇ ਪਾਤਸ਼ਾਹ ਨੇ ਬੜਾ ਜ਼ਬਰਦਸਤ ਇੱਕ ਤਾੜਨਾ ਕੀਤੀ ਕਿ ਕਿਉਂ ਫਿਰ ਇਹ ਜਿਹੜਾ ਹੈ ਪਦਾਰਥ ਇਕੱਠੇ ਕਰ ਰਿਹਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਦੀ ਵਾਰ ਵੀ ਸਾਨੂੰ ਉਪਦੇਸ਼ ਦਿੱਤਾ, ਤੇਰੇ ਨਾਲ ਕੀਤੇ ਪਾਪ ਜਾਣਗੇ ਨਹੀਂ ਜਾਣਗੇ। ਜਿਸ ਵੇਲੇ ਮੌਤ ਨੇ ਫੜ ਕੇ ਅੱਗੇ ਤੋਰਿਆ ਤਾਂ ਉਹ ਵੱਡਾ ਡਰਾਵਨਾ ਦ੍ਰਿਸ਼ ਹੋਵੇਗਾ। ਮਨੁੱਖਾ ਜਨਮ ਮੁੜ ਹੱਥ ਨਹੀਂ ਆਣਾ, ਹੇ ਬੰਦੇ ਤੂੰ ਫਿਰ ਪਛਤਾਵੇਂਗਾ। ਭਾਵ ਹੁਣ ਨਾਮ ਜਪ ਤੇ ਜਨਮ ਸਫਲਾ ਕਰ। ਮਾਝ ਕੀ ਵਾਰ ਵਿੱਚ ਪਹਿਲੇ ਪਾਤਸ਼ਾਹ ਨੇ ਪੰਨਾ 142 ਦੇ ਉੱਪਰ ਫਰਮਾਇਆ ਹੈ ਕਿ ਕਿਆ ਖਾਦੇ ਕਿਆ ਪਹਿਨਦੇ ਹੋਏ, ਜਾ ਮਨ ਨਹੀਂ ਸੱਚਾ ਸੋਏ। क्या मेवा, क्या घ्यो गुड़ मिठा, क्या मैदा, क्या मांस, क्या कपड़, क्या सेई सुखाली, कीजे भोग विलास, क्या लश्कर, क्या नेब खवासी, आवे महली वास, नानक सच्चे नाम विन सभे टोल विनाश। आवे जिन्नियां भी चीज़ां पहले पातशाह ने गिनाईयां हन, ये सारियां चीज़ां ही ਜਿਹੜੀਆਂ ਬੜੀਆਂ ਸਾਡੇ ਸਰੀਰਕ ਲੋੜ ਲਈ ਹਨ, ਸਾਨੂੰ ਬੜੀਆਂ ਸਵਾਦਲੀਆਂ ਲੱਗਦੀਆਂ ਹਨ, ਅਸੀਂ ਬੜਾ ਇੰਜੋਏ ਕਰਦੇ ਹਾਂ ਇਹਨਾਂ ਨੂੰ, ਭੋਗ ਵਿਲਾਸ ਨੂੰ, ਔਰ ਸੋਹਣੇ ਲਿਬਾਸ ਨੂੰ ਚੰਗਾ ਪਸੰਦ ਸਮਝਦੇ ਹਾਂ। ਅਸੀਂ ਫੌਜਾਂ ਹੋਣ, ਬੜੇ ਬੜੇ ਸਾਡੇ ਕੋਲ ਨੌਕਰ ਚਾਕਰ ਹੋਣ, ਚੰਗੇ ਚੰਗੇ ਮਹਿਲਾਂ ਵਿੱਚ ਵਸਦੇ ਹੋਈਏ, ਲੇਕਿਨ ਅਗਰ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ ਤੇ ਇਹ ਸਾਰੇ ਜਿਹੜੇ ਇਕੱਠ ਕੀਤਾ ਹੋਇਆ ਸਾਜੋ ਸਮਾਨ ਹੈ, ਤੇ ਸਾਰਾ ਜਿਹੜਾ ਹੈ ਉਹ ਨਾਸ਼ਵੰਦ ਹੈ। ਤੇਰਾ ਖਾਣਾ ਪੀਣਾ ਕਿਸ ਕੰਮ, ਜਦਕਿ ਤੇਰੇ ਮਨ ਵਿੱਚ ਉਹ ਸੱਚਾ ਮਾਲਕ ਨਹੀਂ ਹੈ। ਕੀ ਮੇਵੇ, ਕੀ ਮੈਦੇ, ਘਿਓ ਤੇ ਮਿੱਠੇ ਪਕਵਾਨ ਤੇ ਕੀ ਮਾਸ ਸਕਦਾ ਹੈ? ਕੀ ਇੰਨੀ ਫੌਜ ਨੌਕਰ ਚਾਕਰਾਂ ਦਾ ਮਾਲਕ ਬਣ ਕੇ ਮਹਿਲ ਮਾੜੀਆਂ ਵਿੱਚ ਨਿਵਾਸ ਰੱਖਦਾ ਹੈ? ਆਪ ਇਹ ਉਤਰੇ ਜਿੰਨੇ ਪਦਾਰਥ ਤੇਰੇ ਕਿਸੇ ਕੰਮ ਨਹੀਂ ਆਣੇ। ਇਹ ਨਾਨਕ ਉਸ ਵਾਹਿਗੁਰੂ ਦੇ ਸੱਚੇ ਨਾਮ ਬਿਨਾ ਇਹ ਸਾਰੇ ਪਸਾਰੇ ਨਾਸ਼ਵੰਤ ਹਨ। ਤੂੰ ਤਾਂ ਪ੍ਰਭੂ ਦਾ ਨਾਮ ਜਪ ਤੇ ਸਦਾ ਦਾ ਸੁਖ ਮਾਣ। ਫਿਰ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਉਹਨਾਂ ਦੀ ਕੀ ਅਵਸਥਾ ਹੈ? ਸੂਹੀ ਕੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਸਾਨੂੰ ਪੰਨਾ 790 ਤੇ ਦਰਸਾ ਰਹੇ ਹਨ। ਜਿਨੀ ਨਾ ਪਾਇਓ ਪ੍ਰੇਮ ਰਸ, ਕੰਤ ਨਾ ਪਾਇਓ ਸਾਓ, ਸੁਣੀਏ ਘਰ ਕਾ ਪਾਉਣਾ, ਜਿਉਂ ਆਇਆ ਤਿਉਂ ਜਾਓ। ਤੇ ਸੁੰਝੇ ਘਰ ਦੇ ਵਿੱਚ ਪ੍ਰਾਹੁਣਾ ਜਿਹੜਾ ਆਉਂਦਾ, ਜਿਵੇਂ ਆਉਂਦਾ ਉਵੇਂ ਚਲਾ ਜਾਂਦਾ, ਉਹਨੂੰ ਕਿਸੇ ਨੇ ਬਿਠਾਣਾ ਨਹੀਂ, ਉਹਨੂੰ ਕਿਸੇ ਨੇ ਚਾਹ ਪਾਣੀ ਨਹੀਂ ਪੁੱਛਣੀ, ਕੋਈ ਆਦਰ ਮਾਨ ਨਹੀਂ ਕਰਨਾ। ਕਿ ਜਿਵੇਂ ਸੁੰਝੇ ਘਰ ਦੇ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਕਾਂ ਜਿਹੜਾ ਆਉਂਦਾ ਉਸ ਸੁੰਝੇ ਘਰ 'ਚ ਉਹਨੂੰ ਕੁਝ ਨਹੀਂ ਮਿਲਦਾ, ਉਹ ਵੀ ਬੈਠ ਕੇ ਬਨੇਰੇ ਤੇ ਵਾਪਸ ਚਲਾ ਜਾਂਦਾ।
ਤੋ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਕੀਤਾ, ਇਸ ਮਨੁੱਖਾ ਜਨਮ ਅੰਦਰ ਨਾਮ ਸਿਮਰਨ ਨਹੀਂ ਕੀਤਾ, ਉਹਨੂੰ ਕੰਤ ਦਾ ਪਿਆਰ ਉਹਨਾਂ ਨੂੰ ਨਹੀਂ ਮਿਲਿਆ, ਕੰਤ ਦੀ ਗਲਵਕੜੀ ਨਹੀਂ ਮਿਲੀ ਉਹਨਾਂ ਨੂੰ, ਤਾਂ ਉਹ ਫਿਰ ਸੁੰਝੇ ਘਰ ਦੇ ਪ੍ਰਾਹੁਣੇ ਵਾਂਗਣੀ ਹੈ। ਉਹ ਜਿਵੇਂ ਆਇਆ ਤਿਵੇਂ ਇਸ ਮਨੁੱਖਾ ਜਨਮ ਨੂੰ ਵੇਸਟ ਕਰਕੇ ਚਲਾ ਜਾਂਦਾ ਹੈ। 100 ਸਲਾਮੇ ਦਿਨੈ ਕੈ 100 ਉਲਾਮੇ ਦਿਨੈ ਕੈ, ਰਾਤੀ ਮਿਲਣ ਹੰਸ, ਸਿਫਤ ਸਲਾਨ ਛੱਡ ਕੇ ਕਰੰਗੀ ਲੱਗਾ ਹੰਸ। ਫਿਟ ਅਵੇਹਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ। ਭਾਵ ਜਿਨ੍ਹਾਂ ਦੇ ਨਾਮ ਰਸ ਨਹੀਂ ਪਾਇਆ ਤੇ ਮਾਲਕ ਦਾ ਸਵਾਦ ਨਹੀਂ ਮਾਨਿਆ, ਉਹ ਖਾਲੀ ਘਰ ਦੇ ਪ੍ਰਾਹੁਣੇ ਵਾਂਗ ਹਨ। ਸੁਝੇ ਘਰ ਵੀ ਜੇ ਕੋਈ ਪ੍ਰਾਹੁਣਾ ਜਾਏ ਤਾਂ ਉਸ ਨੂੰ ਜੀ ਆਇਆਂ ਕੋਈ ਨਹੀਂ ਆਖਦਾ, ਕਿਉਂਕਿ ਮਕਾਨ ਖਾਲੀ ਹੈ। ਉਹ ਜਿਉਂ ਜਿਹਾ ਆਇਆ ਹੈ ਉਹੋ ਜਿਹਾ ਉਹ ਉੱਥੋਂ ਤੁਰ ਜਾਂਦਾ ਹੈ। ਇਹ ਪਾਪੀ, ਦਿਨ ਵੇਲੇ ਤੂੰ 100 ਉਲਾਮੇ ਲੈਣ ਵਾਲੇ ਕੰਮ ਕਰਦਾ ਹੈ, ਕਿ ਐਸੀ ਐਕਟੀਵਿਟੀਜ਼ ਕਰਦਾ ਹੈ ਕਿ ਤੈਨੂੰ ਉਲਾਮੇ ਮਿਲਦੇ ਹਨ ਕਿ ਇਹ ਕੀ ਕੰਮ ਕਰ ਰਿਹਾ ਹੈ, ਇਹ ਤੈਨੂੰ ਸ਼ੋਭਦਾ, ਇਹ ਤੈਨੂੰ ਚੰਗਾ ਲੱਗਦਾ, ਲਾਹਣਤਾਂ ਪੈਂਦੀਆਂ ਹਨ। ਤੇ ਰਾਤੀ ਉਹ ਜੇ ਉਲਾਮੇ ਲੈਣ ਵਾਲੇ ਕੰਮ ਕਰਦੇ ਹਨ ਕਿ ਤੈਨੂੰ ਹਜ਼ਾਰਾਂ ਉਲਾਮੇ ਮਿਲਦੇ ਹਨ ਕਿ ਇਹ ਕੀ ਤੂੰ ਝੱਖ ਮਾਰਨਾ ਹੈ ਰਾਤ ਨੂੰ, ਇਹ ਕਿਹੋ ਜਿਹੀ ਕਾਰਵਾਈ ਕਰ ਰਹੀ ਹੈ, ਚੋਰੀ ਕਰ ਰਿਹਾ, ਯਾਰੀ ਕਰ ਰਿਹਾ ਹੈ, ਇਹ ਕਿਹੜੇ ਤੇਰੇ ਕੰਮ ਕਰਨ ਵਾਲੇ ਹਨ। ਪ੍ਰਭੂ ਦੀ ਸਿਫਤ ਸਲਾਹ ਛੱਡ ਕੇ ਹੱਡੀਆਂ ਦੇ ਪਿੰਜਰ ਨੂੰ ਹੰਸ ਹੁੰਦਾ ਹੋਇਆ ਚਿੰਬੜਿਆ ਹੋਇਆ ਹੈ। हे ਨਾਨਕ, ਸੱਚੇ ਨਾਮ ਬਿਨਾ ਸਾਰੇ ਮੋਹ ਪਿਆਰ ਦੁਸ਼ਮਣ ਹੋ ਕੇ ਤੈਨੂੰ ਟੱਕਰ ਰਹੇ ਹਨ। ਤੂੰ ਤਾਂ ਨਾਮ ਜਪ ਤੇ ਸੁਖੀ ਹੋ। ਫਿਰ ਜੇਕਰ ਨਹੀਂ ਤੂੰ ਨਾਮ ਜਪਿਆ ਤਾਂ ਫਿਰ ਤੇਰੀ ਕੀ ਹਾਲਾਤ ਹੈ। ਹੋਰ ਤਾੜਨਾ ਜਿਹੜੀ ਹਨ ਉਹ ਗੌੜੀ ਰਾਗ ਵੀ ਪੰਜਵੇਂ ਪਾਤਸ਼ਾਹ ਜੀ 239 ਪੰਨੇ ਦੇ ਉੱਪਰ ਸਾਡੀ ਅਗਵਾਈ, ਦੇਖੋ ਬਾਣੀ ਸਾਡੀ ਅਗਵਾਈ ਕਰ ਰਹੀ ਹੈ। ਬਾਣੀ ਨੂੰ ਪੜ੍ਹਨਾ ਔਰ ਬਾਣੀ ਨੂੰ ਵਿਚਾਰਨਾ ਇਸ ਲਈ ਜ਼ਰੂਰੀ ਹੈ ਕਿ ਬਾਣੀ ਸਾਡਾ ਗੁਰੂ ਹੈ, ਉਹ ਸਾਨੂੰ ਰਸਤਾ ਦੱਸਦੀ ਹੈ, ਸਾਡੇ ਅੰਧਕਾਰਮਈ ਜੀਵਨ ਨੂੰ ਚਾਨਣ ਕਰਾਉਂਦੀ ਹੈ ਕਿ ਸਾਡੇ ਜਿਹੜੇ ਭੁਲੇਖੇ ਹਨ, ਜਿਹੜੇ ਮਾਇਆ ਦੇ ਜਿਹੜੇ ਸਾਡੇ ਨਾਲ ਲੱਗ ਕੇ ਸਾਡੇ ਮਨ ਦੇ ਅੰਦਰ ਭੁਲੇਖੇ ਪੈਦਾ ਹੁੰਦੇ ਹਨ, ਉਹਨਾਂ ਨੂੰ ਕਿਵੇਂ ਦੂਰ ਕਰ ਰਹੇ ਹਨ। ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ, ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਿ ਜਿਹੜੇ ਵੀ ਤੂੰ ਕੰਮ ਕਰਨਾ ਹੈ ਬਿਨਾਂ ਸਿਮਰਨ ਦੇ, ਉਹ ਜਿਵੇਂ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਂ, ਉਸੇ ਗੱਲ ਨੂੰ ਇੱਥੇ ਵੀ ਸਾਨੂੰ ਸਟ੍ਰੈਸ ਕਰ ਰਹੇ ਹਾਂ। ਬਿਨ ਸਿਮਰਨ ਤ੍ਰਿਗ ਕਰਮ ਕਰਾਸ, ਕਾਗ ਬਤਨ ਵਿਸ਼ਟਾ ਮੈਂ ਵਾਸ, ਕਿ ਜਿਵੇਂ ਕਾਂ ਹੁੰਦਾ ਹੈ, ਕਾਂ ਦੀ ਕਾਂ ਕਰਦਾ ਹੈ ਔਰ ਮੂੰਹ ਕਿੱਥੇ ਮਾਰਦਾ ਉਹ ਵਿਸ਼ਟਾ ਦੇ ਅੰਦਰ। ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸੁਆ ਪੂਤ ਨਿਨਾਮ। ਬਿਨ ਸਿਮਰਨ ਜੈਸੇ ਸਿੰਘ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ। ਬਿਨ ਸਿਮਰਨ ਗਰਦਨ ਕੀ ਨਿਆਈ, ਸਾਕਤ ਥਾਨ ਪ੍ਰਿਸ਼ਟ ਫਰਾਹੀ। ਬਿਨ ਸਿਮਰਨ ਕੂਕਰ ਹਰ ਕਾਇਆ, ਸਾਕਤ ਲੋਭੀ ਬੰਦ न पाया। बिन सिमरन है आत्म घाती, साकत नीच तिस कुल नहीं जाती। भाव प्रभु दे सिमरन बिना त्रिकार है होर काम करने। जिमें ਕਾਂ ਦੀ ਚੂੰਝ ਗੰਦਗੀ ਵਿੱਚ ਵੱਜਦੀ ਹੈ, ਤਿਵੇਂ ਸਿਮਰਨਹੀਨ ਮਨੁੱਖਾਂ ਦੇ ਮੂੰਹ ਨਿੰਦਾ ਆਦਿਕ ਦੇ ਗੰਦ ਵਿੱਚ ਹੀ ਰਹਿੰਦੇ ਹਨ। ਪ੍ਰਭੂ ਦੇ ਸਿਮਰਨ ਤੋਂ ਬਿਨਾ ਕੁੱਤਿਆਂ ਦੀ ਨਿਆਈ ਵਿਸ਼ੇ ਵਿਕਾਰਾਂ ਵਿੱਚ ਖਚਤ ਹੋਏ ਰਹਿੰਦੇ ਹਨ। ਜਿਵੇਂ ਵੇਸ਼ਵਾ ਦੇ ਪੁੱਤਰ ਦਾ ਤਾਂ ਨਾਂ ਨਹੀਂ ਹੁੰਦਾ, ਇਵੇਂ ਹੀ ਉਹ ਹਨ ਮਨੁੱਖ ਪ੍ਰਭੂ ਦੇ ਸਿਮਰਨ ਬਿਨਾ ਸਿੰਘਾਂ ਵਾਲੇ ਛਤਰੇ ਦੀ ਨਿਆਈ ਹਨ। ਉਹ ਸ਼ਕਤੀ ਦੇ ਪੁਜਾਰੀ ਕਾਲੇ ਮੂੰਹ ਵਾਲੇ ਝੂਠ ਬੋਲਦੇ ਹਨ। ਪ੍ਰਭੂ ਦੇ ਸਿਮਰਨ ਬਿਨਾ ਉਹਨਾਂ ਦਾ ਜੀਵਨ ਹਲਕੇ ਕੁੱਤੇ ਵਾਂਗੂ ਹੈ। ਪਾਗਲ ਕੁੱਤੇ ਵਾਂਗ ਸਾਰਿਆਂ ਨੂੰ ਵੱਢਦੇ ਹਨ। ਵਿਸ਼ਵਾਸਘਾਤੀ ਅਕਿਰਤ ਕੰਨ, ਪਰ ਤੇਰਾ ਗਮਨ, ਦਗਾ ਫਰੇਬ ਵਾਲਾ ਵਰਤਾਓ ਸਾਰਿਆਂ ਨਾਲ ਕਰਦੇ ਹਨ। ਇਹ ਹੈ ਪਾਗਲ ਕੁੱਤੇ ਵਾਂਗ ਵੱਢਣਾ। ਮਾਇਆਧਾਰੀ ਲੋਭੀ ਲੋਕਾਂ ਨੂੰ ਕਦੇ ਠੱਲ ਨਹੀਂ ਪੈਂਦੀ, ਪਾਪ ਤ੍ਰਿਪਤੀ ਨਹੀਂ ਹੁੰਦੀ। ਇਸੇ ਕਰਕੇ ਕਿਹਾ ਹੈ ਮਹਾਰਾਜ ਨੇ ਬਾਣੀ ਵਿੱਚ ਕਿ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਰੋਲ ਕਚੋਲਾ। ਜਿਹਦੇ ਦਿਮਾਗ ਦੇ ਉੱਪਰ ਮਾਇਆ ਹੀ ਛਾਈ ਹੈ, ਮਾਇਆ ਦਾ ਹੀ ਜਿਹੜਾ ਪ੍ਰਭਾਵ ਹੈ, ਉਹ ਫਿਰ ਧਰਮ ਦੀ ਗੱਲ ਜਿਹੜੀ ਹੈ ਉਹ ਨਹੀਂ ਸੁਣਦਾ, ਨਾ ਹੀ ਉਹਨੂੰ ਸਮਝ ਆਉਂਦੀ ਹੈ। ਪ੍ਰਭੂ ਦੇ ਸਿਮਰਨ ਬਿਨਾ ਦੁਖੀ ਹੋ ਕੇ ਉਹ ਆਤਮਘਾਤ ਕਰਦੇ ਹਨ, ਸੁਸਾਈਡ ਕਰਦੇ ਹਨ, ਕਿਉਂਕਿ ਮਾਇਆ ਦੇ ਕਰਕੇ ਕਰਕੇ ਲੱਭ ਕੇ ਉਹਦੇ ਸੁੱਖਾਂ ਦੇ ਵਿੱਚ ਗਲਤਾਨ ਐਸੇ ਹੁੰਦੇ ਹਨ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਉਹ ਆਖਿਰ ਦੇ ਵਿੱਚ ਉਹਨਾਂ ਦੀ ਤ੍ਰਿਪਤ ਨਹੀਂ ਹੁੰਦੀ ਤੇ ਉਹ ਆਤਮਘਾਤ ਕਰ ਲੈਂਦੇ ਹਨ।
ਉਹਨਾਂ ਨੀਚ ਸਾਖਤਾਂ ਦੀ ਨਾ ਕੋਈ ਕੁਲ ਤੇ ਨਾ ਹੀ ਕੋਈ ਜਾਤ ਹੁੰਦੀ ਹੈ, ਭਾਵ ਆਚਰਣਹੀਣ ਹੁੰਦੇ ਹਨ। ਇੱਕ ਹੋਰ ਚੇਤਾਵਨੀ ਸਾਨੂੰ ਇਹ ਜਿਹੜੇ ਮਨਮੁਖੀ ਹਨ, ਜਿਹੜੇ ਮਾਇਆ ਦੇ ਢਹਿ ਚੜੇ ਹੋਏ ਹਨ, ਜਿਹੜੇ ਸਿਮਰਨ ਨਹੀਂ ਕਰਦੇ, ਔਰ ਉਹਨਾਂ ਦੀ ਕੀ ਅਵਸਥਾ ਹੈ। ਇਹ ਬਹੁਤ ਜ਼ਰੂਰੀ ਹੈ ਜੋ ਪੰਚਮ ਪਾਤਸ਼ਾਹ ਨੇ ਗੌੜੀ ਰਾਗ ਅੰਦਰ 240 ਅੰਕ ਦੇ ਉੱਪਰ ਸਾਨੂੰ ਸਮਝਾਇਆ ਹੈ। ਧਿਆਨ ਦੇਣ ਦੀ ਲੋੜ ਹੈ ਵੀਰੋ ਭੈਣੋ। ਨਾਮ ਬਿਨਾ ਜੋ ਪੈਰੇ ਖਾਏ, ਜੋ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸਿੰਗਾਰ, ਨਾਮ ਵਿਸਾਰ करे रस भोग, सुख सुपने नहीं तन में रोग, नाम त्याग करे अन काज, बिनस जाए झूठे सब पाज, नाम संग मन प्रीत ना लावे, कोट कर्म कर तो नरक जावे, हर का नाम जिन मन ना आराधा। अंडरलाइन करने वाली गल यह है, हर का नाम जिन मन ना आराधा, चोर की न्यायी जमपुर बांधा, लाख अडंबर बहुत विस्तारा, नाम बिना झूठे पसारा। सानू समझाया सच्चे पातशाह जी ने, पंचम पातशाह ने, नाम तो बिना जो पहनना ते खाना है वो कुत्ते दी झूठ विच मूंह पाण वांग है, जिवें कुत्ता झूठ दे विच मूंह पांदा है। नाम तो बिना जितना भी व्यवहार करता है, जिस तरह का भी जीवन बतीत करता है, वो मुर्दे नूं शिंगारण वांग है। नाम नूं विसार के जो रस भोग मांदे हन, उन्हां नूं जागृत अवस्था विच तां की ਸੁਪਨੇ ਵਿੱਚ ਵੀ ਸੁੱਖ ਨਹੀਂ ਹੁੰਦਾ। ਉਹਨਾਂ ਦੇ ਸਰੀਰਾਂ ਨੂੰ ਰੋਗ ਲੱਗ ਜਾਂਦੇ ਹਨ, ਉਹ ਸੁੱਤੇ ਪਏ ਵੀ ਵਡਾਉਂਦੇ ਹਨ। ਨਾਮ ਨੂੰ ਤਿਆਗ ਕੇ ਜਿਹੜੇ ਹੋਰ ਕੰਮ ਕਰਦੇ ਹਨ, ਉਹਨਾਂ ਦੇ ਦਿਖਾਵੇ ਵਾਲੇ ਕੰਮ ਸਾਰੇ ਝੂਠੇ ਤੇ ਬਿਨਸ ਜਾਣ ਵਾਲੇ ਹੁੰਦੇ ਹਨ। ਭਾਵ ਫੋਕਟ ਕਰਮ ਕਾਂਡ ਦੀ ਨਿਖੇਧੀ ਹੈ, ਫੋਕਟ ਰਸਮ ਰਿਵਾਜਾਂ ਦੀ ਖੰਡਨਤਾ ਹੈ। ਜਿਹੜੇ ਨਾਮ ਨਾਲ ਮਨ ਵਿੱਚ ਪ੍ਰੀਤੀ ਨਹੀਂ ਜੋੜਦੇ ਤੇ ਹੋਰ ਫੋਕਟ ਕਰਮ ਕਰਦੇ ਹਨ, ਉਹ ਸਾਰੇ ਹੀ ਇਸ ਮਨੁੱਖਾ ਜਨਮ ਨੂੰ ਅਨਿਆਈ ਗਵਾ ਕਰਕੇ ਜਿਹੜੇ ਹਨ ਉਹ ਵਿਅਰਥ ਇਸ ਸੰਸਾਰ ਤੋਂ ਚਲੇ ਜਾਂਦੇ ਹਨ। ਭਾਵ ਜਿਨ੍ਹਾਂ ਨੇ ਹਰੀ ਦਾ ਨਾਮ ਮਨ ਵਿੱਚ ਨਹੀਂ ਆਰਾਧਿਆ, ਉਹ ਚੋਰ ਦੀ ਨਿਆਈ ਜਮਪੁਰੀ ਵਿੱਚ ਬੱਧੇ ਜਾਣਗੇ, ਭਾਵ ਜਮਪੁਰੀ ਵਿੱਚ ਸਜ਼ਾਵਾਂ ਲੈਣਗੇ। ਪੰਚਮ ਪਾਤਸ਼ਾਹ ਨੇ ਸਾਨੂੰ ਹੋਰ ਫਰਮਾਇਆ ਹੈ 796 ਅੰਕ ਦੇ ਉੱਪਰ ਬਿਲਾਵਲ ਰਾਗ ਵਿੱਚ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਸਾਧ ਸੰਗਤ ਜੀ, ਜਿਹੜੇ ਜਿਹੜੇ ਵੀ ਗੁਰਬਾਣੀ ਦੇ ਵਿੱਚੋਂ ਮੈਂ ਪ੍ਰਮਾਣ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ, ਉਹ ਸਾਰੇ ਸਾਨੂੰ ਜਿਹੜੇ ਹਨ ਉਹ ਚਪੇੜਾ ਮੰਗਣ ਬਚਦੇ ਹਨ। ਜੇ ਅਗਰ ਅਸੀਂ ਸਿਮਰਨ ਨਹੀਂ ਕਰਦੇ, ਉਹ ਸਾਨੂੰ ਬਾਰ-ਬਾਰ ਪ੍ਰੇਰ ਰਹੇ ਹਨ ਕਿ ਪ੍ਰਮਾਤਮਾ ਦਾ ਸਿਮਰਨ ਕਰੋ। ਜੇ ਨਹੀਂ ਕਰੋਗੇ ਤੇ ਫਿਰ ਜੋ ਵੀ ਖਾਦਾ ਤ੍ਰਿਗ ਤ੍ਰਿਗ ਖਾਇਆ, ਤ੍ਰਿਗਾ ਕਰ, ਤ੍ਰਿਗ ਤ੍ਰਿਗ ਸੋਇਆ, ਚੰਗੇ ਚੰਗੇ ਮਖਮਲੀ ਬਿਸਤਰਿਆਂ ਤੇ ਸੌਂਦੇ, ਪਲੰਘਾਂ ਤੇ ਸੁੱਤੇ, ਉਹ ਤ੍ਰਿਗਾਕਾਰ ਹਨ। ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ, ਹੋਲ ਫੈਮਿਲੀ ਜਿਤ ਹੁਣ ਖਸਮ ਨਾ ਪਾਇਆ। ਉਹ ਸਾਰਾ ਸਰੀਰ, ਸਾਰੇ ਫੈਮਿਲੀ ਜਿਹੜੀ ਹੈ ਉਹ ਤ੍ਰਿਗਾਕਾਰ ਹੈ। ਜੇਕਰ ਹੁਣ ਖਸਮ ਨਾ ਪਾਇਆ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਪਰਮਾਤਮਾ ਨਾਲ ਇੱਕ ਮਿਲਤਾ ਨਹੀਂ ਕੀਤੀ, ਫਿਰ ਇਹ ਮਨੁੱਖਾ ਜਨਮ ਦੀ ਜਿਹੜੀ ਪੌੜੀ ਹੈ, ਦੇਖੋ ਜਿਹੜਾ ਪੌੜੀ ਚੜ੍ਹਦਾ ਹੈ ਤੇ ਉੱਤੇ ਇੱਕ ਵੀ ਅਗਰ ਪੌੜੀ ਛੁੜਕ ਜਾਏ, ਭਾਵੇਂ ਉਹ ਸਟੇਅਰ ਕੇਸ ਹੈ, ਇੱਕ ਪੌੜੀ ਤੋਂ ਪੈਰ ਤੁਹਾਡਾ ਤਿਲਕ ਜਾਏ ਤੇ ਬੰਦਾ ਕਿੱਥੇ ਜਾ ਕੇ ਥੱਲੇ ਡਿੱਗਦਾ। ਤੇ ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਫਿਰ ਦੁਬਾਰਾ ਹੱਥ 'ਚ ਨਹੀਂ ਆਉਂਦੀ, ਪਹਿਲਾ ਜਨਮ ਗਵਾਇਆ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਾਟ ਭੀਤਰ ਤੂੰ ਦੇਖ ਵਿਚਾਰ, ਕਹੋ ਕਬੀਰ ਜੀਤ ਕੇ ਹਾਰ ਕੇ। ਇਸ ਮਨੁੱਖਾ ਜਨਮ ਨੂੰ ਜਿੱਤਿਆ ਹੈ ਕਿ ਹਾਰ ਕੇ ਜਾ ਰਹੇ ਹੈ। ਫਿਰ ਸਾਨੂੰ ਸੱਚੇ ਪਾਤਸ਼ਾਹ ਜੀ ਗੁਜਰੀ ਕੀ ਵਾਰ ਦੇ ਵਿੱਚ ਵੀ ਪੰਨਾ 523 ਦੇ ਉੱਪਰ ਸਮਝਾਉਂਦੇ ਹਨ ਪੰਜਵੇਂ ਪਾਤਸ਼ਾਹ ਕਿ ਖਾਂਦਿਆਂ ਖਾਂਦਿਆਂ ਮੂੰਹ ਕੱਟਾ, ਪਹਿਨਦਿਆਂ ਸਭ ਅੰਗ, ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਹਰ ਨਾਮ ਨਾ ਸਿਮਰੇ ਸਾਧ ਸੰਗ, ਤੈਂ ਤਨ ਉੱਡੈ ਖੇ, ਜਿਨ ਕੀਤੀ ਤਿਸੇ ਨਾ ਜਾਣੈ, ਨਾਨਕ ਫਿਟ ਅਲੂਣੀ ਦੇ। ਤਿਆਗੜੇ ਕੀ ਵਾਰ, ਸ਼ਲੋਕ ਮਹਲਾ ਪੰਜਵਾਂ, ਪੰਨਾ 553 554। ਜਿਹੜੀ ਦੇਰ ਹਰੀ ਦਾ ਨਾਮ ਸਾਧ ਸੰਗ ਵਿੱਚ ਨਹੀਂ ਸਿਮਰਦੀ, ਭਈ ਪ੍ਰਾਪਤ ਮਨੁੱਖ ਤੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇ ਵਰਨਾ। ਉਸੇ ਚੀਜ਼ ਨੂੰ ਵੀ ਜਿਹੜੀ ਦੇਹ, ਜਿਹੜਾ ਸਰੀਰ ਹਰੀ ਦਾ ਨਾਮ ਸਾਧ ਸੰਗਤ ਵਿੱਚ ਨਹੀਂ ਸਿਮਰਦਾ, ਉਹ ਦੇਹ ਤੇ ਸੁਆਹ ਉੱਡਦੀ ਹੈ। ਜਿਸ ਮਾਲਕ ਨੇ ਇਹ ਦੇਹ ਕੀਤੀ ਹੈ, ਜਿਹੜਾ ਉਸ ਨੂੰ ਨਹੀਂ ਜਾਣਦਾ, हे ਨਾਨਕ, ਉਹ ਬੇਸਵਾਦੀ ਦੇਹ ਫਿਟਕਾਰ ਯੋਗ ਹੈ।
त्रिग खाना त्रिग पहनना, जिन दूजे पाए प्यार, बिष्टा के कीड़े बिष्टा राते, मर जम्मे हुए खुआर। प्रभाती महला तीजा पाशा पन्ना 1347। ਤ੍ਰਿਗਾਕਾਰ ਹੈ ਉਹਨਾਂ ਦਾ ਖਾਣਾ ਤੇ ਪਹਿਨਣਾ ਜਿਨ੍ਹਾਂ ਦਾ ਪਿਆਰ ਪ੍ਰਭੂ ਨੂੰ ਛੱਡ ਕੇ ਦੂਜੇ ਪਾਸੇ ਲੱਗਿਆ। ਉਹ ਜ਼ਿੰਦਗੀ ਦੇ ਕੀੜੇ ਹਨ, ਉਹ ਗੰਦਗੀ ਦੇ ਕੀੜੇ ਹਨ ਤੇ ਗੰਦਗੀ ਵਿੱਚ ਹੀ ਉਹ ਲਿਬੜੇ ਹੋਏ ਹਨ, ਜੰਮਦੇ ਮਰਦੇ ਤੇ ਖੱਜਲ ਖੁਆਰ ਹੁੰਦੇ ਹਨ। ਸਤਿਗੁਰ ਨਾ ਸੇਵਿਓ, ਸ਼ਬਦ ਨਾ ਰੱਖਿਓ ਉਰ ਧਾਰ, ਤ੍ਰਿਗ ਤਨਾ ਕਾ ਜੀਵਿਆ ਕਿਤ ਆਏ ਸੰਸਾਰ। ਸ਼ਲੋਕ 12 ਤੇ ਵਧੀਕ ਮਹਲਾ ਤੀਜਾ ਪੰਨਾ 1414। ਜਿਨ੍ਹਾਂ ਸਤਿਗੁਰੂ ਨੂੰ ਨਹੀਂ ਸੇਵਿਆ, ਸਿਮਰਨ ਨਹੀਂ ਕੀਤਾ ਤੇ ਨਾਮ ਨੂੰ ਹਿਰਦੇ ਵਿੱਚ ਨਹੀਂ ਧਾਰਿਆ, ਉਹਨਾਂ ਦਾ ਜੀਵਨ ਤ੍ਰਿਕਾਰਯੋਗ ਹੈ। ਉਹ ਸੰਸਾਰ ਵਿੱਚ ਕਿਉਂ ਆਏ? ਆਪ ਉਹਨਾਂ ਨੇ ਇੱਥੇ ਆ ਕੇ ਆਪਣਾ ਜਨਮ ਵਿਅਰਥ ਗਵਾ ਲਿਆ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਗੁਜਰੀ ਮਹਲਾ ਚੌਥਾ ਪੰਨਾ 10। ਜਿਨ੍ਹਾਂ ਨੇ ਹਰੀ ਦਾ ਨਾਮ ਦਾ ਰਸ ਨਹੀਂ ਪਾਇਆ, ਉਹ ਅਭਾਗੇ ਹਨ, ਉਹਨਾਂ ਦਾ ਵਾਸਾ ਜਮ ਨਗਰੀ ਵਿੱਚ ਹੋਵੇਗਾ। ਜੇ ਸਤਿਗੁਰ ਦੀ ਸੰਗਤ ਤੇ ਸ਼ਰਨ ਵਿੱਚ ਨਹੀਂ ਆਏ, ਉਹਨਾਂ ਦਾ ਬੀਤ ਚੁੱਕਾ ਜਨਮ ਤੇ ਅਗਲਾ ਜਨਮ ਤ੍ਰਿਕਾਰ ਯੋਗ ਹੈ। ਖਾਣਾ ਪੀਣਾ ਹਸਨਾ ਬਾਦ, ਜਬ ਲਗ ਰਿਦੇ ਨਾ ਆਵੇ ਯਾਦ। ਆਸਾ ਮਹਲਾ ਪਹਿਲਾ ਪੰਨਾ 351। ਖਾਣਾ ਪੀਣਾ ਤੇ ਹਸਨਾ ਸਭ ਵਿਅਰਥ ਹੈ ਜਦ ਤਾਈਂ ਕਿ ਹਿਰਦੇ ਵਿੱਚ ਉਸ ਪ੍ਰਭੂ ਦੀ ਯਾਦ ਨਹੀਂ ਹੈ। ਖਾਣਾ ਪੀਣਾ ਹਸਣਾ ਸੌਣਾ ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਮਲਾਰ ਮਹਲਾ ਪਹਿਲਾ ਪੰਨਾ 1254। ਖਾਣਾ ਪੀਣਾ ਹਸਣਾ ਤੇ ਸੌਣਾ ਤਾਂ ਚੇਤੇ ਹੈ, ਪਰ ਮਰਨਾ ਹੁਕਾ ਹੀ ਵਿਸਰ ਗਿਆ। ਪ੍ਰਭੂ ਨੂੰ ਵਿਸਾਰ ਕੇ ਖੁਆਰੀ ਕਰ ਰਿਹਾ ਹੈ। ਤ੍ਰਿਗਾਰ ਹੈ ਇਸ ਜੀਵਨ ਤੇ, ਇਹ ਜੀਵਨ ਸਦਾ ਨਹੀਂ ਰਹਿਣਾ। ਉਹ ਫਿਰ ਬੜੀ ਵੱਡੀ ਚਪੇੜ ਮੂੰਹ ਦੇ ਉੱਪਰ ਮਾਰੀ ਹੈ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਨੇ ਪੰਨਾ 10 ਤੇ ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਝ ਸਨਾਤ। ਭਾਵ ਸਿਰਜਣਹਾਰ ਕਸਮ ਨੂੰ ਜਿਹੜੇ ਵਿਸਾਰ ਦਿੰਦੇ ਹਨ, ਉਹ ਕਮਜਾਤ ਹਨ, ਉਹ ਭੈੜੀ ਜਾਤ ਵਾਲੇ ਹਨ। ਹੇ ਨਾਨਕ, ਹਰੀ ਦੇ ਨਾਮ ਬਿਨਾ ਉਹ ਨੀਵੀਂ ਤੋਂ ਨੀਵੀਂ ਜਾਤ ਵਾਲੇ ਨੀਚ ਹਨ। ਸਨਾਤ ਮਹਲੇ ਜਿਹੜੇ ਨੀਚਾ ਅੰਦਰ, ਜਿਹਨੂੰ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਉਹਨੂੰ ਸਨਾਤ ਕਿਹਾ ਕਿ ਉਹ ਨੀਵੀਂ ਤੋਂ ਨੀਵੀਂ ਜਾਤ ਵਿੱਚ ਵਾਲੇ ਨੀਚ ਕਹਾਉਣਗੇ, ਜਿਹੜੇ ਪ੍ਰਮਾਤਮਾ ਨੂੰ ਵਿਸਾਰ ਦੇਣਗੇ ਔਰ ਪ੍ਰਭੂ ਦਾ ਨਾਮ ਸਿਮਰਨ ਨਹੀਂ ਕਰਨਗੇ। ਫਿਰ ਬਿਲਾਵਲ ਕੀ ਵਾਰ ਵਿੱਚ ਚੌਥੇ ਪਾਤਸ਼ਾਹ ਪੰਨਾ 852 ਦੇ ਉੱਪਰ ਫਰਮਾਉਂਦੇ ਹਨ, ਜਿਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ, ਸੇ ਦਿਵਾਲੀਏ ਜੁਗ ਮਹ। ਕੋਈ ਮੰਗਦੇ ਫਿਰੇ ਸਭ ਜਗਤ ਮੈਂ, ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ। ਕਿੰਨੀ ਕਰੜੀ ਗੱਲ ਹੈ। ਚੌਥੇ ਪਾਤਸ਼ਾਹ ਫਰਮਾ ਰਹੇ ਹਨ, ਜਿਨ੍ਹਾਂ ਨੇ ਗੁਰੂ ਦੇ ਹੋ ਕੇ ਹਰੀ ਨਾਮ ਧਨ ਨਹੀਂ ਵਿਆਜੇ, ਉਹ ਸੰਸਾਰ ਵੀ ਦਿਵਾਲੀ ਹਨ। ਆਪ ਉਹ ਕੁਛ ਨਹੀਂ ਉਹਨਾਂ ਦੇ ਹੱਥ ਵਿੱਚ, ਉਹ ਸਾਰੇ ਜਗਤ ਵਿੱਚ ਦਰ ਮੰਗਦੇ ਹਨ, ਪਰ ਉਹਨਾਂ ਦੇ ਮੂੰਹ ਦੇ ਵਿੱਚ ਕਿਸੇ ਨੇ ਦੇਣਾ ਕੀ ਹੈ? ਉਹ ਤੇ ਕੋਈ ਥੁੱਕਦਾ ਵੀ ਨਹੀਂ ਉਹਨਾਂ ਦੇ ਮੂੰਹ ਦੇ ਅੰਦਰ। ਬੜੀ ਵੱਡੀ ਤਾੜਨਾ ਹੈ। ਜਿਨੀ ਨਾਮ ਵਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਆਂ ਜੋ ਸੰਨੀ ਉੱਪਰ ਚੋਰ। ਸ਼ਲੋਕ ਮਹਲਾ ਤੀਜਾ ਸਾਰੰਗ ਕੀ ਵਾਰ ਪੰਨਾ 1247। ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ, ਆਪ ਨਾਮ ਨਹੀਂ ਜਪਿਆ ਤੇ ਹੋਰ ਕਰਮ ਕਮਾਉਂਦੇ ਹਨ, ਹੇ ਨਾਨਕ, ਉਹ ਜੰਮਪੁਰੀ ਵਿੱਚ ਬੰਨ ਕੇ ਮਾਰੇ ਜਾਂਦੇ ਹਨ। ਜਿਵੇਂ ਸੰਨੀ ਤੇ ਸੰਨ ਲਗਾਉਂਦਾ ਹੋਇਆ ਚੋਰ ਪਕੜਿਆ ਜਾਏ ਤੇ ਉਹਨੂੰ ਕਿੰਨੀ ਕੁੱਟ ਪੈਂਦੀ ਹੈ। ਜਿਨੀ ਨਾਮ ਵਿਸਾਰਿਆ, ਫਿਰ ਪਹਿਲੇ ਪਾਤਸ਼ਾਹ ਮਾਰੂ ਰਾਗ ਵਿੱਚ ਕਹਿੰਦੇ ਹਨ ਪੰਨਾ 1010 ਕਿ ਜਿਨੀ ਨਾਮ ਵਿਸਾਰਿਆ ਸੇ ਕਿਦ ਆਏ ਸੰਸਾਰ। ਉਹ ਕਿਉਂ ਆਏ ਸੰਸਾਰ ਦੇ ਅੰਦਰ? ਜੇ ਨਾ ਹੁੰਦੇ ਤੇ ਕੀ ਵਿਗੜ ਜਾਣਾ ਸੀ? ਆਗੇ ਪਾਛੇ ਸੁੱਖ ਨਹੀਂ, ਗਾਡੇ ਲਾਦੇ ਛਾਰ। ਤੇ ਉਹਨਾਂ ਨੇ ਤੇ ਸਵਾਹ ਦੇ ਗੱਡੇ ਲੱਦੇ ਹਨ ਇੱਥੇ ਆ ਕਰਕੇ, ਅਵਰ ਕਾਜੀ ਕੀਤੇ ਹਨ ਇੱਥੇ, ਮਾਇਆ ਦੇ ਹੀ ਜਿਹੜੇ ਹਨ ਸੁੱਖ ਆਰਾਮ ਇਕੱਠੇ ਕੀਤੇ ਹਨ। ਜਿਨ੍ਹਾਂ ਨੇ ਨਾਮ ਵਸਾਰ ਦਿੱਤਾ, ਉਹ ਸੰਸਾਰ ਵਿੱਚ ਕਿਉਂ ਆਏ? ਉਹਨਾਂ ਨੂੰ ਅੱਗੇ ਪਿੱਛੇ ਸੁੱਖ ਨਹੀਂ ਮਿਲਦਾ। ਜਿਨ ਹਰ ਹਰ ਨਾਮ ਨਾ ਚੇਤਿਓ, ਸੇ ਭਾਗਹੀਨ ਮਰ ਜਾਏ। ਮਾਰੂ ਰਾਗ ਵਿੱਚ ਚੌਥੇ ਪਾਤਸ਼ਾਹ ਨੇ ਪੰਨਾ 996 ਤੇ ਫਰਮਾਇਆ ਹੈ,
ओए फिर जोन भवाइयां मर जमै आवे जाए, कोई जमदार बद्धे मारियां हर दरगाह मिले सजाए। जिन्हां ने हरि का नाम नहीं चेतिया वो बदकिस्मत एवें मर जाते हैं। उन्होंने मुड़ जूना भवाटियां दित्तियां जांदियां हन। वो मरदे जमदे रहंदे हन ते आउंदे जांदे रहंदे हन। आसा की वार विच भी पहले पातशाह का फरमान है, पन्ना 473 ते, जित मुख नाम ना उचरै, जेड़े परमात्मा का नाम नहीं सिमरदे, जित मुख नाम ना उचरै, बिन नामे रस खाए, नानक एवें जानी है, तित मुख थुक्का पाए। जिस मनुख जिस मुख विच नाम का उचारण नहीं है ते बिना नाम के रस खांदा है, हे नानक उस मुख ते थुक्का पैंदियां हन। ये गल इवें ही जाननी चाहिए है। आप इहो ਜਿਹੇ ਵਿਅਕਤੀਆਂ ਨੂੰ ना लोक ते ना अगले लोक ਦੇ ਵਿੱਚ ਵੀ ਸੁਖ ਮਿਲਦਾ ਹੈ। नौवें पातशाह 10 श्लोकां ਵਿੱਚ फरमाते हैं, पन्ना 1428 ਦੇ ਉੱਪਰ, एक भगत भगवान जह प्राणी कै नाहे मन, जैसे सूकर सुआन नानक मानो ताहे ता। भावे मनुख का जन्म होवे, करतूत पशु की मानुख जात, लोक पचारा करे दिन रात। भाव जिस प्राणी के मन विच एक अकाल पुरख की भगती नहीं है, हे नानक उसका शरीर सूर ते कुत्ते दी न्याई जानो। हर के नाम बिना सुंदर है नकटी, कि किन्ना भी खूबसूरत देह बनाई होवे, अगर परमात्मा का नाम नहीं है तो समझो जिवें मूँह बड़ा सोहना होवे लेकिन उहदे मूँह दे उपर नक ना होवे, नक कट्टिया होवे। जो बेसवा के घर पूत जमत है, जिवें बेसवा दे घर पुत्र जम पिया, जिस नाम धरियो है पढ़ियो है तरकटी, कि वो तो हो गया कि जिन्हों असी कह सकते हैं कि मतलब जिदा कोई खसम नहीं है, जिदा नाजायज औलाद है, तो जिनका हृदय ना हर स्वामी ते बिगड़ रूप बेरकटी, जो निगुरा बहुत बाधा जाने। जेड़े निगुरे होंदे ना वो बहुत गल्लां करते हैं। जो निगुरा बहुत बाधा जाने, वो हर दरगाह है भ्रष्टी। देव गंधारी महला चौथा, पन्ना 528। जो सिख ने प्रभु का नाम जप के मनुखा जीवन के मनोरथ नूं सफल करना है। परमात्मा विच अपने आप नूं अभेद करके जन्म मरण के दुख की निवृत्ति करनी, ये सिक्खी का आशा है। गुरु अर्जन साहब जी ने भी सानू समझाया है, करता मन वसाया जन्मे का फल पाया, मन भवंदा कंत हर तेरा थिर होआ सुहाग जियो। हुण पॉजिटिव गल सानू समझा दी कि जिहड़े नाम जपदे हन उन्हां दे की अवस्था हुंदी है। जिवें पहले पातशाह ने जप बाणी दे अंतले श्लोक विच समझाया कि जिनी नाम ते आया गए मुशक्कत काल, नानक ते मुख उजले खेती छुट्टी नाल। करता मन वसाया जन्मे का फल पाया, मन भवंदा कंत हर तेरा थिर होआ सुहाग जियो। अटल पदार्थ पाया तै पंजन की सरनाया, लाए अंचल नानक तारियन जिता जन्म अपार जियो। मांझ अष्टपदियां महला पंजवां, पन्ना 132। तो जीवन मनोरथ की पूर्ति लई निवृत्ति नहीं प्रवृत्ति मार्ग की लोड़ है। ये बड़ी अजीब गल है कि जिथे सब भारती मत मतांतर जगत नूं त्यागन की प्रेरणा करते हैं, सिखी आशे अनुसार मनुखी जीवन एक वडमुली दात है, परमात्मा की मेहर है। भारत ऋषियां ने इस जगत नूं एक भरम समझिया ते उन्हां दा नजरिया निवृत्ति मार्ग अर्थात त्याग दा नजरिया है। जदों आनंद कारज हुंदा है ते जिहड़ी पहली लाम है ना, उहदे अंदर ही चौथे पातशाह ने सानू फरमाया है, हर पहली लाम प्रवृत्ति कर्म दिड़ाया बलराम जी। कि प्रवृत्ति की गल की, संसार में विचरण की गल की है, संसार को अगे वधाण की गल की है। तो संसार तो निवृत्ति मार्ग नहीं है, त्यागन की गल नहीं है। नौवें पातशाह ने भी कहा, काहे रेपन खोजन जाई, सर्व निवासी सदा लेपा तो ही संग समाई। सो पर सिक्खी अनुसार आशे अनुसार ये जगत अकाल पुरख की अपनी खेड़ है, जो आप विच ही विराजमान होके खेड़ रहा है। इसलिए सिक्खी का जीवन आदर्श निवृत्ति या त्याग मार्ग नहीं, सगों उसका नजरिया प्रवृत्ति अर्थात जीवन के कार व्यवहार विच लगना है। तो गुरु के सिख ने अपनी रोजाना जिंदगी किसी गुफा भी या जंगल भी जाके ते मौन धार के नहीं गुजारनी,
ਉਸਨੇ ਹੱਸਦਿਆਂ ਖੇਡਦਿਆਂ ਤੇ ਬੇਸ਼ੱਕ ਚੰਗਾ ਖਾਂਦਿਆਂ ਪਹਿਨਦਿਆਂ ਜੀਵਨ ਗੁਜ਼ਾਰਨਾ ਹੈ। ਇਹਨਾਂ ਚੀਜ਼ਾਂ ਦੀ ਪ੍ਰਾਪਤੀ ਲਈ ਵਿਦਿਆ ਪੜ੍ਹਨੀ ਤੇ ਹੋਰ ਹੁਨਰਾਂ ਵਿੱਚ ਪ੍ਰਵੀਨਤਾ ਪ੍ਰਾਪਤ ਕਰਨਾ ਜ਼ਰੂਰੀ ਹੈ। ਤਾਂ ਹੀ ਤਾਂ ਉਹ ਗੁਰਸਿੱਖ ਆਪਣੇ ਜੀਵਨ ਦਾ ਪੱਧਰ ਉੱਚਾ ਸੁਖਦਾਇਕ ਬਣਾ ਸਕੇਗਾ। ਗੁਰੂ ਕਾ ਸਿੱਖ ਬੇਸ਼ੱਕ ਲੱਖਾਂ ਕਰੋੜਾਂ ਦਾ ਵਿਵਹਾਰ ਗੁਰਮਤਿ ਦਰਸਾਈ ਵਿਧੀ ਅਨੁਸਾਰ ਕਰੇ। ਗੁਰੂ ਦਾ ਸਿੱਖ ਦਾਤਾ ਪਦ ਵਿੱਚ ਖੇਡੇ। ਗੁਰੂ ਦਾ ਸਿੱਖ ਮੰਗਣ ਬ੍ਰਿਤੀ ਦਾ ਧਾਰਨੀ ਨਾ ਹੋਵੇ। ਗੁਰੂ ਕਾ ਸਿੱਖ ਸਦਾ ਚੜ੍ਹਦੀਆਂ ਕਲਾ ਵਿੱਚ ਖੇਲੇ, ਪਰ ਸਗਲ ਸੰਗ ਆਤਮ ਉਦਾਸ ਵਾਲੀ ਖੇਡ ਖੇਡੇ। ਗੁਰੂ ਦੇ ਸਿੱਖ ਨੇ ਰਾਜ ਜੋਗ ਕਮਾਣਾ ਹੈ, ਮੰਗਤਿਆਂ ਵਾਂਗ ਭੰਬਲ ਭੂਸੇ ਨਹੀਂ ਖਾਣੇ। ਤ੍ਰਿਗਾਕਾਰਾਂ ਤੋਂ ਫਟਕਾਰਾਂ ਨਾਮ ਵਿਹੂਣਿਆਂ ਲਈ ਪਾਈਆਂ ਹਨ, ਪਰ ਜਿਸ ਗੁਰਸਿੱਖ ਦੇ ਹਿਰਦੇ ਵਿੱਚ ਉਸ ਮਾਲਕ ਦੀ ਯਾਦ ਹੈ, ਉਸ ਲਈ ਇਹ ਹੁਕਮ ਹੈ, ਨਾਨਕ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਵੰਦਿਆਂ ਵਿਚੇ ਹੋਵੇ ਮੁਕਤ। ਇਹ ਗੁਰਮਤਿ ਦਾ ਜੀਵਨ ਮਨੋਰਥ ਹੈ। ਵਾਰ ਗੁਜਰੀ ਮਹਿਲਾ ਪੰਜਵਾਂ, ਪੰਨਾ 522। ਸੋ ਅੱਜ ਦੀ ਵਿਚਾਰ ਮੈਂ ਇੱਥੇ ਹੀ ਸਮਾਪਤ ਕਰਦਾ ਹਾਂ। ਅੱਗੋਂ ਜੋ ਵਿਚਾਰ ਹੈ ਉਹ ਅਗਲੇ ਵਾਰੀ ਜਾਰੀ ਰੱਖਾਂਗੇ। ਤੋ ਅੱਜ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਦੋਹਾ ਜੋੜ ਕੇ ਖਿਮਾ ਮੰਗਦਾ ਹਾਂ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।